ਦੋਸਤੋ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਜੀ। ਤੁਹਾਡੇ ਨਾਲ ਗੱਲਬਾਤ ਕਰਦੇ ਰਹੀਦਾ ਅਲੱਗ-ਅਲੱਗ ਇਸ਼ੂਜ਼ ਦੇ ਉੱਤੇ, ਖਾਸ ਕਰਕੇ ਫਾਈਨੈਂਸ਼ੀਅਲ ਸੈਕਟਰ ਦੇ ਨਾਲ ਜਿਹੜੇ ਰਿਲੇਟਡ ਚੀਜ਼ਾਂ ਹੈਗੀਆਂ ਉਹਦੇ ਬਾਰੇ ਤੁਹਾਡੇ ਨਾਲ ਜਿਹੜੀ ਗੱਲਬਾਤ ਕਰੀਦੀ ਹੈ ਤੇ ਕੋਸ਼ਿਸ਼ ਕਰਦੇ ਆ ਥੋੜ੍ਹਾ ਜਿਹਾ ਐਜੂਕੇਟ ਕਰਨ ਦੀ ਕਿ ਤੁਸੀਂ ਕਿਸ ਤਰ੍ਹਾਂ ਜਿਹੜਾ ਕਿ ਫਾਈਨੈਂਸ਼ੀਅਲ ਫਰੀडम ਵੱਲ ਨੂੰ ਵੱਧ ਸਕਦੇ ਹੈਗੇ ਹੋ। ਹਰੇਕ ਦੀ ਕੋਸ਼ਿਸ਼ ਇਹ ਹੁੰਦੀ ਹੈਗੀ ਹੈ ਕਿ ਮੈਂ ਜਿਹੜਾ ਹੈਗਾ ਕਿ ਮੈਨੂੰ ਕੋਈ ਪੈਸੇ ਕਮਾਉਣ ਦੀ ਚਿੰਤਾ ਨਾ ਹੋਵੇ ਤੇ ਇਸੇ ਕਰਕੇ ਅਸੀਂ ਸਾਰੀ ਉਮਰ ਜਿਹੜਾ ਹੈਗਾ ਕਿ ਰਿਟਾਇਰਮੈਂਟ ਦੀ ਵੇਟ ਕਰਦੇ ਰਹਿੰਦੇ ਹੈਗੇ ਆ। ਤੋ ਅੱਜ ਆਪਾਂ ਗੱਲ ਕਰਾਂਗੇ ਰਿਟਾਇਰਮੈਂਟ ਦੇ ਬਾਰੇ। ਮੇਰਾ ਨਾਮ ਸਤਵਿੰਦਰ ਸਿੰਘ ਹੈ, ਜਿਵੇਂ ਤੁਸੀਂ ਜਾਣਦੇ ਹੋ ਸਤਵਿੰਦਰ ਸਿੰਘ ਕੋਤੜਾ, ਤੇ ਮੈਂ ਫਾਈਨੈਂਸ਼ੀਅਲ ਸਿਕਿਉਰਿਟੀ ਐਡਵਾਈਜ਼ਰ ਹਾਂ। ਪਿਛਲੇ ਤਕਰੀਬਨ 3 ਦਹਾਕਿਆਂ ਤੋਂ 30 ਸਾਲ ਤੋਂ ਮੈਂ ਫਾਈਨੈਂਸ਼ੀਅਲ ਸੈਕਟਰ ਦੇ ਵਿੱਚ ਹੀ ਕੰਮ ਕਰ ਰਿਹਾ ਹੈਗਾ ਤੇ ਵਧੀਆ ਜਿਹੜਾ ਹੈਗਾ ਕਿ ਲੋਕਾਂ ਦੇ ਨਾਲ ਸੰਬੰਧ ਹੈਗੇ ਨੇ, ਵਧੀਆ ਸਰਵਿਸ ਜਿਹੜੀ ਹੈਗੀ ਪ੍ਰੋਵਾਈਡ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹੈਗੇ ਆ। ਮੇਰੀ ਕੋਸ਼ਿਸ਼ ਇਹ ਰਹਿੰਦੀ ਹੈਗੀ ਹੈ ਕਿ ਜਿਹੜੀਆਂ ਵੀ ਚੀਜ਼ਾਂ ਸਾਨੂੰ ਫਿਊਚਰ ਦੇ ਵਿੱਚ ਲੋੜ ਪੈਣੀ ਹੈਗੀ ਆ ਉਹਦੀ ਅੱਜ ਹੀ ਪਲੈਨਿੰਗ ਕੀਤੀ ਜਾਏ। ਸਿਆਣਿਆਂ ਦਾ ਵੀ ਇਹੋ ਹੀ ਕਹਿਣਾ ਹੈਗਾ ਕਿ ਜਿਹੜਾ ਹੈਗਾ ਕਿ ਫਿਊਚਰ ਨੂੰ, ਜਿਹੜਾ ਸਾਡਾ ਫਿਊਚਰ ਹੈਗਾ, ਜਿਹੜਾ ਸਾਡਾ ਭਵਿੱਖ ਹੈਗਾ, ਉਹ ਅੱਜ ਦੀ ਸਾਡੀ ਸੋਚ ਅਤੇ ਅੱਜ ਦੀ ਸਾਡੀ ਪਲੈਨਿੰਗ ਦੇ ਉੱਤੇ ਡਿਪੈਂਡ ਕਰਦਾ ਹੈਗਾ। ਤੋ ਜਿਹੜੀ ਰਿਟਾਇਰਮੈਂਟ ਹੈਗੀ ਆ, ਰਿਟਾਇਰਮੈਂਟ ਦਾ ਮਤਲਬ ਕੀ ਹੈਗਾ ਕਿ ਤੁਸੀਂ ਜਿਹੜੀ ਹੈਗੀ ਆ ਫਾਈਨੈਂਸ਼ੀਅਲ ਫਰੀडम ਲੈਣੀ ਹੈਗੀ ਆ। ਤੁਹਾਨੂੰ ਕੰਮ ਇਸ ਕਰਕੇ ਨਾ ਕਰਨਾ ਪਵੇ ਕਿ ਤੁਹਾਨੂੰ ਪੈਸੇ ਦੀ ਲੋੜ ਹੈਗੀ ਆ, ਠੀਕ ਹੈ। ਤੁਹਾਨੂੰ ਇੰਨੇ ਕੁ ਪੈਸਿਆਂ ਦੀ ਜਿਹੜੀ ਹੈਗੀ ਤੁਹਾਡੇ ਕੋਲ ਪੈਸੇ ਹੋਣ ਜਾਂ ਇਨਕਮ ਹੋਵੇ ਰੈਗੂਲਰਲੀ ਕਿ ਤੁਸੀਂ ਆਪਣੀ ਇੱਛਾ ਦੇ ਮੁਤਾਬਕ ਜੋ ਕਰਨਾ ਚਾਹੁੰਦੇ ਹੈਗੇ ਉਹ ਤੁਸੀਂ ਕਰ ਸਕਦੇ ਹੋ। ਉਹਨੂੰ ਆਪਾਂ ਰਿਟਾਇਰਮੈਂਟ ਕਹਿੰਦੇ ਹੈਗੇ ਆ। ਜਿਹੜੀ ਆਮ ਤੌਰ 'ਤੇ ਰਿਟਾਇਰਮੈਂਟ ਹੁੰਦੀ ਹੈ ਇੰਡੀਆ ਦੇ ਵਿੱਚ 58 ਸਾਲ 'ਤੇ ਜਾਂ 60 ਸਾਲ 'ਤੇ ਹੋ ਜਾਂਦੀ ਹੈ। ਕੈਨੇਡਾ ਦੇ ਵਿੱਚ 65 ਸਾਲ 'ਤੇ ਹੁੰਦੀ ਹੈ। ਉਹ ਐਕਚੁਅਲੀ ਰਿਟਾਇਰਮੈਂਟ ਨਹੀਂ ਹੁੰਦੀ, ਉਹ ਟਾਇਰਮੈਂਟ ਹੁੰਦੀ ਹੈਗੀ ਆ। ਬੰਦਾ ਥੱਕ ਜਾਂਦਾ ਹੈਗਾ ਕੰਮ ਕਰ ਕਰਕੇ, ਮੁੜ ਕੇ ਉਹਦੇ 'ਚ ਨਾ ਐਨਰਜੀ ਰਹਿੰਦੀ ਹੈ ਨਾ ਇੱਛਾ ਰਹਿੰਦੀ ਹੈਗੀ ਹੈ। ਫਿਰ ਉਹ ਬੰਦਾ 65 ਸਾਲ ਤੇ ਉਮਰ 'ਤੇ ਜਾ ਕੇ ਰਿਟਾਇਰ ਹੋ ਜਾਂਦਾ। ਦੈਟ ਇਜ਼ ਓਕੇ ਕਿ ਆਪਾਂ ਜਿੰਨੇ ਚਿਰ ਸਾਡੀ ਜਿਹੜੇ ਹੱਥ ਪੈਰ ਕੰਮ ਕਰਦੇ ਹੈਗੇ ਨੇ, ਸਾਡਾ ਸਰੀਰ ਅਲਾਓ ਕਰਦਾ, ਸਾਡੀ ਸਿਹਤ ਅਲਾਓ ਕਰਦੀ, ਅਸੀਂ ਕੰਮ ਕਰਦੇ ਹਾਂ, ਉਹ ਤਾਂ ਵਧੀਆ ਗੱਲ ਹੈਗੀ ਆ। ਪਰ ਕੀ ਅਸੀਂ ਆਪਣੀ ਖੁਸ਼ੀ ਨਾਲ ਕੰਮ ਕਰ ਰਹੇ ਹੈਗੇ ਜਾਂ ਮਜਬੂਰੀ 'ਚ ਕੰਮ ਕਰ ਰਹੇ ਹੈਗੇ? ਇਹ ਬਹੁਤ ਵੱਡੀ ਚੀਜ਼ ਸੋਚਣ ਵਾਲੀ ਹੈਗੀ ਆ। ਸਾਡਾ ਕੰਮ ਹੈਗਾ ਤੁਹਾਨੂੰ ਐਜੂਕੇਟ ਕਰਨਾ ਕਿ ਫਾਈਨੈਂਸ਼ੀਅਲ ਫਰੀडम ਜਿਹੜੀ ਹੈਗੀ ਹੈ ਤੁਸੀਂ ਕਿਸ ਤਰ੍ਹਾਂ ਲੈ ਸਕਦੇ ਹੈਗੇ ਹੋ। ਜਦੋਂ ਵੀ ਅਸੀਂ ਰਿਟਾਇਰਮੈਂਟ ਦੀ ਗੱਲ ਕਰਦੇ ਹੈਗੇ ਆ ਤਾਂ ਸਾਡੇ ਜ਼ਿਹਨ ਦੇ ਵਿੱਚ ਇੱਕੋ ਚੀਜ਼ ਹੁੰਦੀ ਹੈ ਕਿ ਸ਼ਾਇਦ ਅਸੀਂ 65 ਸਾਲ ਦੀ ਏਜ ਵਿੱਚ ਜਾ ਕੇ ਰਿਟਾਇਰ ਹੋਣਾ ਹੈਗਾ ਜਾਂ ਹੋ ਸਕਦੇ ਹਾਂ, ਸ਼ਾਇਦ ਉਸ ਤੋਂ ਪਹਿਲਾਂ ਨਹੀਂ ਹੋ ਸਕਦੇ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਐਕਚੁਅਲੀ ਮਜ਼ਾ ਹੀ ਉਹ ਹੈਗਾ ਕਿ ਰਿਟਾਇਰਮੈਂਟ ਦੀ ਡੇਟ ਤੁਸੀਂ ਆਪ ਡਿਸਾਈਡ ਕਰੋ ਕਿ ਤੁਸੀਂ ਕਦੋਂ ਰਿਟਾਇਰ ਹੋਣਾ, ਨਾ ਕਿ ਗੌਰਮੈਂਟ ਡਿਸਾਈਡ ਕਰੇ। ਗੌਰਮੈਂਟ ਨੇ ਜੋ ਡਿਸਾਈਡ ਕੀਤਾ ਹੈ ਕਾਨੂੰਨ ਦੇ ਮੁਤਾਬਕ ਉਹ ਤਾਂ ਕੀਤਾ ਹੀ ਹੋਇਆ ਹੈਗਾ। ਜੇ ਆਪਾਂ ਪਾਰਟੀਕੂਲਰਲੀ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ 65 ਸਾਲ ਦੀ ਉਮਰ 'ਤੇ ਤੁਸੀਂ ਰਿਟਾਇਰ ਹੁੰਦੇ ਹੋ ਤਾਂ ਤੁਹਾਨੂੰ ਇੱਕ ਕੁਛ ਇਨਕਮ ਮਿਲਦੀ ਹੈਗੀ ਆ। ਇਹ ਤਾਂ ਗੌਰਮੈਂਟ ਦਾ ਡਿਸੀਜਨ ਹੈਗਾ। ਪਰ ਤੁਸੀਂ ਆਪਣੀ ਇੱਛਾ ਦੇ ਮੁਤਾਬਕ ਕੰਮ ਕਦੋਂ ਕਰੋਗੇ? ਜਿਹੜੇ ਤੁਹਾਡੇ ਸੁਪਨੇ ਨੇ, ਜਿਹੜਾ ਤੁਸੀਂ ਕੁਛ ਕਰਨਾ ਚਾਹੁੰਦੇ ਸੀ ਜਾਂ ਘੁੰਮਣਾ ਚਾਹੁੰਦੇ ਸੀ ਜਾਂ ਕਿਸੇ ਦੀ ਮਦਦ ਕਰਨਾ ਚਾਹੁੰਦੇ ਜਾਂ ਸੇਵਾ ਕਰਨਾ ਚਾਹੁੰਦੇ ਸੀ ਜਾਂ ਕੁਛ ਇਹੋ ਜਿਹਾ ਕੰਮ ਕਰਨਾ ਚਾਹੁੰਦੇ ਸੀ ਜਿਹੜਾ ਕਿ ਤੁਹਾਡੇ ਦਿਲ ਦੇ ਬਹੁਤ ਕਰੀਬ ਸੀ, ਉਹ ਕਦੋਂ ਕਰੋਗੇ? ਕਿਉਂਕਿ 65 ਦੀ ਉਮਰ ਤੋਂ ਬਾਅਦ 'ਚ ਤੁਹਾਨੂੰ ਪਤਾ ਕਿ ਵੈਸੇ ਹੀ ਬੰਦੇ ਦੀ ਐਨਰਜੀ ਲੈਵਲ ਟੂ ਲੋ ਹੁੰਦਾ ਹੈਗਾ ਅਤੇ ਜਿਹੜੇ ਆਪਣੇ ਸੁਪਨਿਆਂ ਦੇ ਕੰਮ ਸੀ ਉਹ ਫਿਰ ਉਦੋਂ ਜਿਹੜੇ ਹਨ ਚਾਹ ਕੇ ਵੀ ਬੰਦਾ ਨਹੀਂ ਕਰ ਸਕਦਾ। ਤੋ ਇਸ ਕਰਕੇ ਜਿਹੜੇ ਅੱਜ ਬੰਦੇ 30, 35, 40 ਜਾਂ 50 ਸਾਲ ਦੀ ਏਜ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਖਾਸ ਕਰਕੇ ਮੇਰਾ ਸੰਬੋਧਨ ਹੈਗਾ, ਉਹਨਾਂ ਦੇ ਵਾਸਤੇ ਇਹ ਗੱਲਬਾਤ ਹੈਗੀ ਹੈ ਕਿ ਤੁਸੀਂ ਆਪਣੀ ਰਿਟਾਇਰਮੈਂਟ ਪਲੈਨਿੰਗ ਕਿਸੇ ਏਜ 'ਤੇ ਵੀ ਕਰ ਸਕਦੇ ਹੋ। 40 'ਤੇ, 45 'ਤੇ, 50 'ਤੇ, 55 'ਤੇ, 60 'ਤੇ, ਕਿਸੇ ਏਜ 'ਤੇ ਵੀ ਤੁਸੀਂ ਜਿਹੜੀ ਹੈ ਆਪਣੀ ਪਲੈਨਿੰਗ ਕਰ ਸਕਦੇ ਹੈਗੇ ਹੋ। ਤੋ ਪਲੈਨਿੰਗ ਕਰਨ ਵਾਸਤੇ ਕੀ ਚਾਹੀਦਾ ਹੁੰਦਾ ਹੈਗਾ ਕਿ ਤੁਹਾਨੂੰ ਕੁਛ ਇਹੋ ਜਿਹਾ ਸੋਰਸ ਚਾਹੀਦਾ ਜਿੱਥੋਂ ਤੁਹਾਨੂੰ ਪੈਸਿਵ ਇਨਕਮ ਆਵੇ। ਪੈਸਿਵ ਇਨਕਮ ਕਿਹੜੀ ਹੁੰਦੀ ਹੈਗੀ ਆ? ਜਿਹਨਾਂ ਬਿਨਾਂ ਤੁਹਾਡੇ ਜਿਹੜਾ ਹੈਗਾ ਕਿ 9 to 5 ਜਾਂ ਰੋਜ਼ ਕੰਮ ਕਰਨ ਤੋਂ ਬਿਨਾਂ ਤੁਹਾਨੂੰ ਹਰ ਪਹਿਲੀ ਤਰੀਕ ਨੂੰ ਅਗਰ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਆਉਂਦੇ ਨੇ, ਉਹਨੂੰ ਆਪਾਂ ਪੈਸਿਵ ਇਨਕਮ ਕਹਿੰਦੇ ਹੈਗੇ ਆ। ਜਿਹੜੇ ਕਿ ਤੁਸੀਂ ਕੰਮ ਨਹੀਂ ਕਰ ਰਹੇ ਹੈਗੇ, ਬਿਨਾਂ ਤੁਹਾਡੇ ਕੰਮ ਕੀਤਿਆਂ ਅਗਰ ਜਿਹੜੀ ਇਨਕਮ ਆਉਂਦੀ ਹੈ ਉਹਨੂੰ ਆਪਾਂ ਪੈਸਿਵ ਇਨਕਮ ਕਹਿੰਦੇ ਆ। ਅਤੇ ਉਹੀ ਤੁਹਾਨੂੰ ਰਿਟਾਇਰਮੈਂਟ ਦੇ ਨੇੜੇ ਲੈ ਕੇ ਜਾਂਦੀ ਹੈ। ਤੁਸੀਂ ਕੁਛ ਇਹੋ ਜਿਹਾ ਪ੍ਰਬੰਧ ਕਰਨਾ ਹੈਗਾ ਕਿ ਉਹ ਕਿਹੜਾ ਤਰੀਕਾ ਹੈਗਾ ਜਿਹਦੇ ਨਾਲ ਮੈਨੂੰ ਹਰ ਮਹੀਨੇ ਪਹਿਲੀ ਤਰੀਕ ਨੂੰ ਜਿਹੜਾ ਹੈਗਾ ਕਿ ਮੇਰੇ ਖਾਤੇ ਦੇ ਵਿੱਚ ਜਿੰਨੇ ਵੀ ਪੈਸੇ ਤੁਸੀਂ ਚਾਹੁੰਦੇ ਹੈਗੇ ਹੋ, 5000 10,000 ਡਾਲਰ ਚਾਹੁੰਦੇ ਹੈਗੇ ਹੋ, ਉਹ ਕਿੱਥੋਂ ਆਉਣ ਅਤੇ ਕਿਸ ਤਰ੍ਹਾਂ ਆਉਣ। ਉਹਦੇ ਵਾਸਤੇ ਅਸੀਂ ਫਾਈਨੈਂਸ਼ੀਅਲ ਐਡਵਾਈਜ਼ਰ ਤੁਹਾਡੀ ਹੈਲਪ ਕਰਦੇ ਹੈਗੇ ਹਾਂ। ਤੁਹਾਡਾ ਕੋਈ ਫਾਈਨੈਂਸ਼ੀਅਲ ਐਡਵਾਈਜ਼ਰ ਹੈਗਾ, ਤੁਸੀਂ ਉਹਦੇ ਨਾਲ ਵੀ ਇਹ ਚੀਜ਼ਾਂ ਡਿਸਕਸ ਕਰ ਸਕਦੇ ਹੈਗੇ ਕਿ ਮੈਂ ਯਾਰ 50 'ਤੇ ਰਿਟਾਇਰ ਹੋਣਾ, ਮੈਨੂੰ ਦੱਸੋ ਮੈਂ ਕਿਸ ਤਰ੍ਹਾਂ ਹੋ ਸਕਦਾ, ਠੀਕ ਆ। ਫਿਰ ਅਸੀਂ ਤੁਹਾਨੂੰ ਇਹ ਪੁੱਛਾਂਗੇ ਕਿ ਤੁਹਾਨੂੰ ਕਿੰਨੀ ਇਨਕਮ ਦੀ ਰਿਕੁਆਇਰਮੈਂਟ ਹੈਗੀ ਆ, ਠੀਕ ਹੈ। ਕਿੰਨੀ ਇਨਕਮ ਤੁਹਾਨੂੰ ਰੈਗੂਲਰਲੀ ਹੋ ਜਾਏ ਤਾਂ ਤੁਸੀਂ ਜਿਹੜਾ ਹੈਗਾ ਕਿ ਇਹ ਕੰਮ ਜਿਹੜਾ ਤੁਸੀਂ ਮਜਬੂਰੀ ਵਾਸਤੇ ਕਰ ਰਹੇ ਹੈਗੇ ਹੋ ਜਾਂ ਤੁਹਾਨੂੰ ਕਰਨਾ ਪੈ ਰਿਹਾ ਹੈਗਾ
ਉਹਨੂੰ ਤੁਸੀਂ ਛੱਡ ਕੇ ਜਿਹੜਾ ਹੈ ਆਪਣੀ ਮਰਜ਼ੀ ਵਾਲਾ ਕੰਮ ਕਰ ਸਕਦੇ ਹੈਗੇ ਹੋ। ਤੇ ਉਸ ਹਿਸਾਬ ਨਾਲ ਜਿਹੜਾ ਹੈਗਾ ਕਿ ਤੁਹਾਡੀ ਪਲੈਨਿੰਗ ਕੀਤੀ ਜਾ ਸਕਦੀ ਹੈਗੀ ਆ। ਕੋਈ ਔਖਾ ਕੰਮ ਨਹੀਂ ਹੈਗਾ, ਸਿਰਫ ਮੈਥੇਮੈਟਿਕਸ ਹੈਗਾ, ਕੈਲਕੂਲੇਸ਼ਨਸ ਹੈਗੀਆਂ ਤੁਹਾਡੇ ਸਾਹਮਣੇ ਆ ਜਾਂਦੀਆਂ ਹੈਗੀਆਂ। ਉਹਦੇ ਮੁਤਾਬਕ ਜਿੰਨਾ ਕੁ ਪੋਸੀਬਲ ਹੁੰਦਾ ਉਸ ਤਰ੍ਹਾਂ ਤੁਸੀਂ ਕਰ ਸਕਦੇ ਹੈਗੇ ਹੋ। ਇੱਥੇ ਗੱਲ ਰਿਟਾਇਰਮੈਂਟ ਦੀ ਆਉਂਦੀ ਹੈਗੀ ਹੈ। ਮੰਨ ਲਓ ਕਿ ਜੇ ਤੁਸੀਂ ਸੋਚਦੇ ਹੋ ਕਿ ਅੱਜ ਤੁਸੀਂ 40 ਸਾਲ ਦੇ ਹੈਗੇ ਹੋ ਤਾਂ ਤੁਸੀਂ 50 ਸਾਲ ਦੀ ਏਜ 'ਤੇ ਜਾ ਕੇ ਰਿਟਾਇਰ ਹੋਣਾ ਚਾਹੁੰਦੇ ਹੈਗੇ ਹੋ, 65 ਸਾਲ ਨਹੀਂ ਵੇਟ ਕਰਨਾ। ਤੇ ਜੇ ਤੁਹਾਡਾ $5000 ਦੇ ਨਾਲ ਸਰਦਾ ਹੈਗਾ, ਮੰਨ ਲਓ ਤੁਹਾਡੀਆਂ ਬਾਕੀ ਲਾਇਬਿਲਿਟੀਜ਼ ਕੋਈ ਨਹੀਂ ਹੈਗੀਆਂ, ਜਾਂ ਜੇ ਲਾਇਬਿਲਿਟੀਜ਼ ਹੈ ਵੀ ਹੈ ਤਾਂ ਤੁਹਾਨੂੰ ਲੱਗਦਾ ਕਿ ਅਗਰ ਮੈਨੂੰ $5000 ਦੀ ਮੰਥਲੀ ਇਨਕਮ ਆਵੇ ਤੇ ਮੈਂ ਜਿਹੜਾ ਹੈਗਾ ਕਿ ਰਿਟਾਇਰ ਹੋ ਸਕਦਾ ਹੈਗਾ, ਮੈਂ ਜਿਹੜਾ ਆਪਣੀ ਮਰਜ਼ੀ ਨਾਲ ਕੰਮ ਕਰਨਾ ਸੀ ਉਹ ਕਰ ਸਕਦਾ ਹੈਗਾ। ਉਹਦੇ ਵਾਸਤੇ ਮੋਟੇ ਤੌਰ 'ਤੇ ਇੱਕ ਸਿੰਪਲ ਜੀ ਕੈਲਕੂਲੇਸ਼ਨ ਲੈਣੀ ਹੈਗੀ ਆ। ਜੇ $1 ਮਿਲੀਅਨ ਤੁਸੀਂ ਇਨਵੈਸਟ ਕਰਦੇ ਹੈਗੇ ਹੋ ਤੇ ਜੇ ਉਹਦੇ 'ਤੇ 6% ਦੀ ਰਿਟਰਨ ਵੀ ਆਉਂਦੀ ਹੈਗੀ ਆ, ਜਿਹੜੀ ਕਿ ਨਾਰਮਲ ਹੈਗੀ ਆ ਜੇ ਆਪਾਂ ਪ੍ਰੋਪਰਲੀ ਉਹਨੂੰ ਇਨਵੈਸਟਮੈਂਟ ਕਰੀਏ ਤੇ ਦੈਟ ਮੀਨਸ ਕਿ $60000 ਤੁਹਾਨੂੰ ਸਾਲ ਦਾ ਮਿਲਦਾ $1 ਮਿਲੀਅਨ ਦੇ ਪਿੱਛੇ। ਤੇ ਉਹ $60000 ਜੇ ਤੁਸੀਂ ਮੰਥਲੀ ਵੀ ਵਿਡਰਾਅ ਕਰੋ ਤੇ $5000 ਪਹਿਲੀ ਤਰੀਕ ਨੂੰ ਤੁਹਾਡੇ ਅਕਾਊਂਟ ਵਿੱਚ ਪੈ ਸਕਦੇ ਨੇ। ਤੇ ਦੈਟ ਮੀਨਸ ਕਿ ਜੇ $1 ਮਿਲੀਅਨ ਦੀ ਤੁਸੀਂ ਕਿਤੇ ਇਨਵੈਸਟਮੈਂਟ ਕਰਦੇ ਹੋ, ਉਹਦੇ 'ਤੇ ਜੇ ਤੁਹਾਨੂੰ 60000 ਇਨਕਮ ਆਉਂਦੀ ਹੈ ਸਾਲ ਦੀ, ਦੈਟ ਮੀਨਸ $5000 ਪਹਿਲੀ ਤਰੀਕ ਨੂੰ ਤੁਹਾਡੇ ਖਾਤੇ ਦੇ ਵਿੱਚ ਪੈਂਦੇ ਨੇ ਤੇ ਤੁਸੀਂ ਰਿਟਾਇਰ ਹੈਗੇ ਹੋ। ਤੁਸੀਂ ਬਾਕੀ ਹੋਰ ਕੰਮ ਵੀ ਕਰੋਗੇ। ਹੁਣ ਇਹ ਗੱਲ ਆਉਂਦੀ ਕਿ ਤੁਹਾਡੇ ਕੋਲ ਅੱਜ $1 ਮਿਲੀਅਨ ਹੈਗਾ, ਜੇ ਤੇ ਅੱਜ ਹੀ ਹੈਗਾ ਤੇ ਤੁਸੀਂ ਅੱਜ ਵੀ ਰਿਟਾਇਰ ਹੋ ਸਕਦੇ ਹੈਗੇ ਹੋ। ਨਹੀਂ ਹੈਗਾ, ਤੁਸੀਂ 10 ਸਾਲਾਂ ਨੂੰ ਜਿਹੜਾ ਹੈਗਾ ਕਿ ਰਿਟਾਇਰ ਹੋਣਾ ਚਾਹੁੰਦੇ ਹੈਗੇ ਹੋ ਤੇ ਅੱਜ ਹੀ ਤੁਸੀਂ ਥੋੜ੍ਹੇ ਪੈਸੇ ਜੋੜ ਕੇ ਜਿਹੜਾ ਹੈਗਾ ਕਿ 10 ਸਾਲਾਂ ਦੇ ਵਿੱਚ $1 ਮਿਲੀਅਨ ਬਣਾ ਸਕਦੇ ਹੈਗੇ ਹੋ। ਤੇ ਉਹ ਪਲੈਨਿੰਗ ਨਾਲ ਬਣਨਾ, ਸੇਵਿੰਗ ਦੇ ਨਾਲ ਬਣਨਾ, ਕਿਸੇ ਅੱਛੇ ਐਡਵਾਈਜ਼ਰ ਦੇ ਨਾਲ ਬੈਠ ਕੇ ਜਿਹੜੀ ਹੈਗੀ ਉਹ ਕੈਲਕੂਲੇਸ਼ਨ ਕਰੋਗੇ ਤੇ ਫਿਰ ਉਹ ਤੁਹਾਨੂੰ ਗਾਈਡ ਕਰੇਗਾ ਤੇ ਫਿਰ ਜਿਹੜਾ ਹੈਗਾ ਕਿ ਤੁਸੀਂ ਆਪਣੇ $1 ਮਿਲੀਅਨ ਵਾਲੇ ਟਾਰਗੇਟ 'ਤੇ ਆਰਾਮ ਨਾਲ ਜਿਹੜਾ ਹੈਗਾ ਪਹੁੰਚ ਸਕਦੇ ਹੈਗੇ ਹੋ। ਦੂਸਰਾ ਇਹਦਾ ਕੀ ਤਰੀਕਾ ਹੁੰਦਾ ਹੈਗਾ ਕਿ ਜੇ ਤੁਸੀਂ ਮੰਨ ਲਓ ਕਿ $1 ਮਿਲੀਅਨ ਨਹੀਂ ਹੈਗਾ ਤੁਹਾਡੇ ਕੋਲ, ਜਾਂ ਤੁਸੀਂ ਨਹੀਂ ਇਕੱਠਾ ਕਰ ਪਾ ਸਕਦੇ, ਤਾਂ ਤੁਸੀਂ $500,000 ਮਿਲੀਅਨ ਕਰ ਸਕਦੇ ਹੈਗੇ ਹੋ। ਤੇ ਦੈਟ ਮੀਨਸ ਕਿ ਤੁਹਾਨੂੰ $30,000 ਜਿਹੜੀ ਹੈਗੀ ਹੈ ਕਿ ਜਿਹੜੀ 30,000 ਸਾਲ ਦੀ ਜਿਹੜੀ ਤੁਹਾਨੂੰ ਜੇ ਉਹ ਤੋਂ ਰਿਟਰਨ ਆਉਂਦੀ ਹੈਗੀ ਹੈ, ਦੈਟ ਮੀਨਸ ਕਿ $2,500 ਤੁਹਾਡਾ ਪਰ ਮੰਥ ਆਉਂਦਾ ਹੈਗਾ, ਤਾਂ ਤੁਸੀਂ ਹਾਫ ਰਿਟਾਇਰ ਹੋ ਜਾਂਦੇ ਹੈਗੇ, ਪਾਰਸ਼ੀਅਲ ਰਿਟਾਇਰ ਵੀ ਹੋ ਸਕਦੇ ਹੈਗੇ ਹੋ। ਦੈਟ ਮੀਨਸ ਕਿ ਤੁਸੀਂ ਆਪਣੇ 6 ਮਹੀਨੇ ਕੰਮ ਕਰੋ ਜਿਹੜਾ ਤੁਹਾਨੂੰ ਕਰਨੇ ਪੈ ਰਿਹਾ ਹੈਗਾ, 6 ਮਹੀਨੇ ਜਿਹੜਾ ਹੈਗਾ ਕਿ ਤੁਸੀਂ ਆਪਣੀ ਰਿਟਾਇਰਮੈਂਟ ਲਾਈਫ ਵੀ ਜੀ ਸਕਦੇ ਹੈਗੇ ਹੋ। ਉਹਦੇ ਵਿੱਚ ਤੁਸੀਂ ਉਹ ਕਰ ਸਕਦੇ ਹੋ ਜੋ ਤੁਹਾਡੇ ਦਿਲ ਦੇ ਕਰੀਬ ਹੈਗਾ, ਜੋ ਤੁਸੀਂ ਕਰਨਾ ਚਾਹੁੰਦੇ ਹੋ, ਜੋ ਤੁਹਾਨੂੰ ਖੁਸ਼ੀ ਦਿੰਦਾ ਹੈਗਾ, ਤਾਂ ਤੁਸੀਂ ਪਾਰਸ਼ੀਅਲ ਰਿਟਾਇਰ ਵੀ ਹੋ ਸਕਦੇ ਹੈਗੇ ਹੋ। ਹੋਰ ਆਪਾਂ ਗੱਲ ਕਰਦੇ ਹੈਗੇ ਕਿ ਮੰਨ ਲਓ ਤੁਸੀਂ 5 ਲੱਖ ਵੀ ਨਹੀਂ ਕਰ ਸਕਦੇ ਹੈਗੇ, ਤੁਸੀਂ 1 ਲੱਖ ਅਗਰ ਜਨਰੇਟ ਕਰ ਸਕਦੇ ਹੈਗੇ ਹੋ ਤੇ 1 ਲੱਖ ਦੇ ਉੱਤੇ ਜੇ ਤੁਹਾਨੂੰ ਸਾਲ ਦਾ ਜੇ ਮਤਲਬ $6,000 ਆਉਂਦਾ ਹੈਗਾ, ਠੀਕ ਹੈ, ਤੇ ਜੇ $6,000 ਆਉਂਦਾ ਦੈਟ ਮੀਨਸ ਕਿ ਤੁਸੀਂ 1 ਮਹੀਨੇ ਦੀ ਰਿਟਾਇਰਮੈਂਟ ਵਾਲੀ ਲਾਈਫ ਤੇ ਜੀ ਸਕਦੇ ਹੈਗੇ ਹੋ ਨਾ। ਤਾਂ ਜਿਹੜੇ ਤੁਹਾਡੇ ਆਪਣੇ ਦਿਲ ਦੇ ਕਰੀਬੀ ਕੰਮ ਹੈਗਾ, 11 ਮਹੀਨੇ ਤੁਸੀਂ ਰੂਟੀਨ ਦਾ ਕੰਮ ਕਰ ਸਕਦੇ ਹੈਗੇ ਹੋ। 1 ਮਹੀਨਾ ਜਿਹੜਾ ਹੈਗਾ ਕਿ ਤੁਸੀਂ ਆਪਣੀ ਮਰਜ਼ੀ ਦਾ ਜਿਹੜਾ ਤੁਹਾਡੇ ਦਿਲ ਦੇ ਕਰੀਬੀ ਹੈਗਾ, ਜਿਹੜਾ ਤੁਹਾਨੂੰ ਸਕੂਨ ਦਿੰਦਾ ਹੈਗਾ ਕੰਮ, ਤੁਸੀਂ 1 ਮਹੀਨਾ ਉਹ ਕਰ ਸਕਦੇ ਹੈਗੇ ਹੋ। ਇਸ ਤਰ੍ਹਾਂ ਜਿਹੜਾ ਤੁਹਾਨੂੰ ਇਹ ਵੀ ਪਤਾ ਲੱਗ ਜਾਏਗਾ ਕਿ ਤੁਹਾਡੀ ਰਿਟਾਇਰਮੈਂਟ ਜਿਹੜੀ ਏਜ ਕਿਸ ਤਰ੍ਹਾਂ ਦੀ ਹੋਵੇਗੀ, ਰਿਟਾਇਰਮੈਂਟ ਜਿਹੜਾ ਤੁਹਾਡਾ ਪੀਰੀਅਡ ਹੋਵੇਗਾ ਉਹ ਕਿਸ ਤਰ੍ਹਾਂ ਦਾ ਹੋਵੇਗਾ, ਠੀਕ ਹੈ, ਉਦੋਂ ਤੁਸੀਂ ਕੀ ਕਰ ਸਕੋਗੇ, ਠੀਕ ਹੈ। ਤੋ ਦੈਟ ਮੀਨਸ ਕਿ ਇਹ ਪਲੈਨਿੰਗ ਕਰਨਾ ਬਹੁਤ ਜ਼ਰੂਰੀ ਹੈਗਾ। 65 ਸਾਲ ਦੀ ਇੰਤਜ਼ਾਰ ਕਰਨਾ ਤੇ ਰਿਟਾਇਰਮੈਂਟ ਹੈਗਾ, ਥਕਾਵਟ ਹੈਗੀ ਆ, ਠੀਕ ਹੈ। ਤੋ ਆਪਾਂ ਸਾਰੇ ਜਣੇ 65 ਸਾਲ ਦੀ ਵੇਟ ਕਰਦੇ ਹੈਗੇ ਰਿਟਾਇਰਮੈਂਟ ਹੋਣ ਵਾਸਤੇ, ਜਦ ਕਿ ਤੁਸੀਂ ਰਿਟਾਇਰ ਪਹਿਲਾਂ ਵੀ ਹੋ ਸਕਦੇ ਹੈਗੇ ਹੋ, ਕਿਉਂਕਿ ਤੁਹਾਡੀ ਆਪਣੀ ਪਲੈਨਿੰਗ ਹੈਗੀ ਆ। ਜੋ ਗਵਰਨਮੈਂਟ ਦੀ ਪਲੈਨਿੰਗ ਹੈਗੀ ਆ ਉਹ, ਜਾਂ ਜਿਹੜੀ ਤੁਹਾਡੇ ਜੌਬ ਦੀ ਪਲੈਨਿੰਗ ਹੈਗੀ ਉਹਨਾਂ ਨੇ 65 ਹਿਸਾਬ ਦੇ ਨਾਲ ਕੀਤਾ ਹੋਇਆ। ਪਰ ਜੇ ਤੁਸੀਂ ਅੱਜ ਹੀ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਜਾਂ ਛੇਤੀ ਆਪਣਾ ਰਿਟਾਇਰਮੈਂਟ ਤੱਕ ਪਹੁੰਚਣਾ ਚਾਹੁੰਦੇ ਹੈਗੇ ਹੋ, ਤਾਂ ਤੁਸੀਂ ਜਿਹੜਾ ਹੈਗਾ ਆਪਣੀ ਤੁਹਾਨੂੰ ਪਲੈਨਿੰਗ ਕਰਨੀ ਪਏਗੀ, ਨਾ ਕਿ ਗੌਰਮੈਂਟ ਦੀ ਪਲੈਨਿੰਗ, ਨਾ ਕਿ ਤੁਹਾਡੇ ਐਮਪਲਾਇਰ ਦੀ ਪਲੈਨਿੰਗ ਦੇ ਹਿਸਾਬ ਨਾਲ ਜਿਹੜਾ ਹੈਗਾ ਕਿ ਤੁਸੀਂ ਚੱਲੋਗੇ। ਤਾਂ ਇਹ ਬਹੁਤ ਵਧੀਆ ਚੀਜ਼ ਹੈਗੀ ਆ। ਜੇ ਮੰਨ ਲਓ $1 ਲੱਖ ਦੇ ਪਿੱਛੇ ਤੁਹਾਨੂੰ $6,000 ਜਿਹੜਾ ਹੈਗਾ ਕਿ ਸਾਲ ਦਾ ਆਉਂਦਾ ਹੈਗਾ, ਤਾਂ ਉਹਦੇ ਨਾਲ ਤੁਸੀਂ ਵਕੇਸ਼ਨ ਜਾ ਸਕਦੇ ਹੈਗੇ, ਤੁਸੀਂ ਆਪਣੀ ਫੈਮਿਲੀ ਨੂੰ ਵਕੇਸ਼ਨ 'ਤੇ ਵੀ ਲੈ ਕੇ ਜਾ ਸਕਦੇ ਹੋ। ਦੈਟ ਇਜ਼ ਆਲਸੋ ਰਿਟਾਇਰਮੈਂਟ, ਵੀ 1 ਮਹੀਨੇ ਵਾਸਤੇ ਜਾਂ ਤੁਸੀਂ ਜਿਹੜਾ ਹੈਗਾ ਕਿ 10 ਦਿਨਾਂ ਵਾਸਤੇ ਜਿਹੜਾ ਹੈਗਾ ਕਿ ਕਿਤੇ ਵੀ ਜਾਂਦੇ ਹੈਗੇ ਹੋ, ਤਾਂ ਉਸ ਨੂੰ ਤੁਸੀਂ ਐਜ਼ ਏ ਰਿਟਾਇਰਮੈਂਟ, ਪਾਰਸ਼ੀਅਲ ਰਿਟਾਇਰਮੈਂਟ ਜਿਹੜਾ ਹੈਗਾ ਕਿ ਜਾ ਸਕਦੇ ਹੈਗੇ ਹੋ। ਅਤੇ ਉਹਦੇ ਨਾਲ ਤੁਹਾਨੂੰ ਜਿਹੜਾ ਹੈਗਾ ਉਹਦਾ ਸਵਾਦ ਵੀ ਰਿਟਾਇਰਮੈਂਟ ਦਾ ਪਤਾ ਲੱਗ ਜਾਏਗਾ ਕਿ ਤੁਹਾਡੇ ਹੋਰ ਵੀ ਜਿਹੜੀ ਹੈ ਇੱਛਾ ਪੈਦਾ ਹੋਏਗੀ ਕਿ ਯਾਰ ਮੈਂ ਇਹਨੂੰ ਛੇਤੀ ਕਰਨਾ ਹੈਗਾ। ਪਿੱਛੇ ਜੀ ਇੱਕ ਕਪਲ ਸੀ ਜਿਹੜੇ ਕਿ 30 ਸਾਲ ਦੇ ਵਿੱਚ ਜਿਹੜੇ ਰਿਟਾਇਰ ਹੋ ਗਏ, ਅਤੇ ਉਹ ਰਿਟਾਇਰ ਹੋਣ ਦਾ ਮਤਲਬ ਕੀ ਸੀ, ਇਹ ਨਹੀਂ ਕਿ ਉਹਨਾਂ ਨੇ ਕੰਮ ਛੱਡ ਦਿੱਤਾ, ਕੰਮ ਫਿਰ ਉਹਨਾਂ ਨੇ ਉਹ ਕੀਤਾ ਜਿਹੜਾ ਉਹਨਾਂ ਦੇ ਦਿਲ ਦੇ ਕਰੀਬੀ ਸੀ,
ਠੀਕ ਹੈ। ਤੋ ਰਿਟਾਇਰਮੈਂਟ ਪਲਾਨ ਕਰਨੀ ਬਹੁਤ ਜ਼ਰੂਰੀ ਹੈਗੀ ਆ। ਜੇ ਤੁਸੀਂ 65 ਸਾਲ ਤੋਂ ਬਾਅਦ 'ਚ ਵੀ ਰਿਟਾਇਰ ਹੁੰਦੇ ਹੈਗੇ ਹੋ ਤਾਂ ਵੀ ਜਿਹੜਾ ਹੈਗਾ ਜੇ ਤੁਹਾਡੇ ਕੋਲ ਸੁਪਨੇ ਹੈਗੇ ਨੇ ਘੁੰਮਣ ਦੇ ਜਾਂ ਕੁਛ ਕਰਨ ਦੇ, ਤਾਂ ਉਹ ਕਿੰਨੇ ਪੈਸਿਆਂ ਦੇ ਵਿੱਚ ਤੁਹਾਡੇ ਮੰਥਲੀ ਪੂਰੇ ਹੋਣਗੇ, ਕਿੰਨੇ ਪੈਸੇ ਜਿਹੜੇ ਹੈਗੇ ਨੇ ਤੁਹਾਨੂੰ ਗਵਰਨਮੈਂਟ ਕੋਲੋਂ ਮਿਲਣਗੇ ਜਾਂ ਤੁਹਾਡੇ ਐਮਪਲੋਇਮੈਂਟ ਜਿਹੜੀ ਪੈਨਸ਼ਨ ਉਹਦੇ ਤੋਂ ਕਿੰਨੇ ਮਿਲਣਗੇ, ਬਾਕੀ ਹੋਰ ਗੈਪ ਕਿੰਨਾ ਹੈਗਾ, ਉਹਦਾ ਪ੍ਰਬੰਧ ਵੀ ਜੇ ਅੱਜ ਤੁਸੀਂ ਪਲੈਨਿੰਗ ਕਰੋਗੇ ਤਾਂ ਵਧੀਆ ਰਹੇਗਾ। ਕਿਉਂਕਿ ਜਿੰਨੀ ਛੇਤੀ ਅਸੀਂ ਪਲੈਨਿੰਗ ਸ਼ੁਰੂ ਕਰਦੇ ਹੈਗੇ ਆ, ਉਹ ਕੰਪਾਊਂਡਿੰਗ ਇਫੈਕਟ ਬਹੁਤ ਮੈਟਰ ਕਰਦਾ ਹੈਗਾ ਇਨਵੈਸਟਮੈਂਟ ਦੇ ਵਿੱਚ। ਜਿੰਨੀ ਤੁਸੀਂ ਅਰਲੀ ਸਟਾਰਟ ਕਰਦੇ ਹੋ ਉਹਨੇ ਘੱਟ ਪੈਸਿਆਂ ਦੇ ਨਾਲ ਵੀ ਤੁਸੀਂ ਜ਼ਿਆਦਾ ਅਚੀਵ ਕਰ ਸਕਦੇ ਹੈਗੇ ਹੋ। ਜਿੰਨਾ ਤੁਸੀਂ ਲੇਟ ਸ਼ੁਰੂ ਕਰਦੇ ਹੈਗੇ ਉਹ ਤੁਸੀਂ ਡਬਲ ਟ੍ਰਿਪਲ ਪੈਸੇ ਵੀ ਇਨਵੈਸਟ ਕਰਦੇ ਹੋ ਤਾਂ ਵੀ ਉਨਾ ਜਿਹੜਾ ਹੈਗਾ ਤੁਹਾਡਾ ਅਮਾਊਂਟ ਨਹੀਂ ਬਣਦਾ ਜਿੰਨਾ ਘੱਟ ਅਮਾਊਂਟ ਨਾਲ ਛੇਤੀ ਸ਼ੁਰੂ ਕੀਤਿਆਂ ਬਣਦਾ ਹੈਗਾ। ਤੋ ਇਹ ਕੁਝ ਗੱਲਾਂ ਸੀ ਰਿਟਾਇਰਮੈਂਟ ਨਾਲ ਰਿਲੇਟਡ। ਜੇ ਤੁਸੀਂ ਵੀ ਜ਼ਿੰਦਗੀ ਦੇ ਵਿੱਚ ਆਪਣੀ ਮਰਜ਼ੀ ਦਾ ਆਪਣੇ ਦਿਲ ਦੇ ਕਰੀਬੀ ਜਿਹੜੇ ਕੰਮ ਨੇ ਉਹ ਕਰਨਾ ਚਾਹੁੰਦੇ ਹੋ, ਛੇਤੀ ਰਿਟਾਇਰ ਹੋਣਾ ਚਾਹੁੰਦੇ ਹੈਗੇ ਹੋ, ਤਾਂ ਤੁਸੀਂ 403 437 44 45 ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੈਗੇ ਹੋ। ਫੋਨ 'ਤੇ ਵੀ ਆਪਾਂ ਗੱਲ ਕਰ ਸਕਦੇ ਹੈਗੇ ਆ। ਪਰਸਨਲ ਮਿਲਣ ਦਾ ਜਿਹੜਾ ਹੈਗਾ ਕਿ ਹੋਰ ਵੀ ਮਜ਼ਾ ਹੈਗਾ। ਤਾਂ ਤੁਸੀਂ ਜੈਕਸਨ ਪੋਰਟ ਪਲਾਜ਼ਾ ਕੈਲਗਰੀ ਦੇ ਵਿੱਚ ਸਾਡਾ ਆਫਿਸ ਹੈਗਾ ਜੀ, ਇੱਥੇ ਤੁਸੀਂ ਜ਼ਰੂਰ ਵਿਜ਼ਿਟ ਕਰੋ ਅਤੇ ਆਪਾਂ ਇਸ ਤਰ੍ਹਾਂ ਦੀਆਂ ਚੰਗੀਆਂ ਗੱਲਾਂ ਹੋਰ ਵੀ ਤੁਹਾਡੇ ਨਾਲ ਕਰਾਂਗੇ। ਮੇਰਾ ਫ਼ੋਨ ਨੰਬਰ ਫਿਰ ਇੱਕ ਵਾਰੀ ਨੋਟ ਕਰ ਲਓ 403 437 4445। ਤੁਸੀਂ ਮੇਰੀ ਗੱਲਬਾਤ ਸੁਣੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ।